Hello everyone, and again welcome to my YouTube channel Harbhajan's Bio Aid. ਆਪਾਂ ਇਸ ਤੋਂ ਪਹਿਲਾਂ ਪਲਾਂਟ ਕਿੰਗਡਮ ਦੀ ਜਿਹੜੀ ਆ ਵੀਡੀਓ ਬਣਾਈ ਸੀ, ਉਹਦੇ ਵਿੱਚ ਆਪਾਂ ਪਲਾਂਟ ਕਿੰਗਡਮ ਨੂੰ ਸਟਾਰਟ ਕੀਤਾ ਸੀ। ਤਾਂ ਪਲਾਂਟ ਕਿੰਗਡਮ ਦੇ ਬਾਰੇ ਉਹਦੀ ਕਲਾਸੀਫਿਕੇਸ਼ਨ ਜੋ ਪਲਾਂਟ ਕਿੰਗਡਮ ਦੀ ਆਪਾਂ ਉਸ ਦੇ ਬਾਰੇ ਗੱਲ ਕੀਤੀ ਸੀ ਕਿ ਕਿਹੜੇ ਕ੍ਰਾਈਟੀਰੀਆਜ਼ ਨੂੰ ਆਪਾਂ ਯੂਜ਼ ਕਰਕੇ ਪਲਾਂਟ ਕਿੰਗਡਮ ਨੂੰ ਕਲਾਸੀਫਾਈ ਕਰ ਸਕਦੇ ਹਾਂ। ਐਂਡ ਆਪਾਂ ਪਲਾਂਟ ਕਿੰਗਡਮ ਦੇ ਜੋ ਮੇਨ ਕਰੈਕਟਰਿਸਟਿਕਸ ਨੇ ਜਿਹੜੇ ਆਪਾਂ ਕਹਿੰਦੇ ਕਿ ਸਾਰੇ ਦੇ ਸਾਰਾ ਪਲਾਂਟ ਕਿੰਗਡਮ ਕੀ ਕਰਦਾ, ਪੋਜੈਸ ਕਰਦਾ, ਆਪਾਂ ਉਹਨਾਂ ਕਰੈਕਟਰਸ ਦੀ ਆਪਾਂ ਗੱਲ ਕੀਤੀ ਸੀ। ਹੁਣ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਲਾਂਟ ਕਿੰਗਡਮ ਨੂੰ ਜਿਹੜੀ ਕਲਾਸੀਫਿਕੇਸ਼ਨ ਆਪਣੀ ਹੋ ਚੁੱਕੀ ਹੈ, ਉਹਨਾਂ ਦੀ ਜਿਹੜੀਆਂ ਸਬ ਕੈਟਾਗਰੀਜ਼ ਨੇ, ਆਪਾਂ ਉਹਨਾਂ ਦੀ ਡਿਵੀਜ਼ਨ ਦੀ ਗੱਲ ਕਰਾਂਗੇ। ਤਾਂ ਮੂਵਿੰਗ ਟੂਵਰਡ ਆਵਰ ਟੂਡੇਜ਼ ਲੈਕਚਰ, ਤਾਂ ਕਿੰਗਡਮ ਪਲਾਂਟੇ ਨੂੰ ਆਪਾਂ 5 ਕਲਾਸਿਸ ਦੇ ਵਿੱਚ ਫਰਦਰ ਡਿਵਾਈਡ ਕਰਦੇ ਹਾਂ, 5 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। First of all, Thallophyta, second Bryophyta, then Pteridophyta, Gymnosperms and Angiosperms। ਇੱਕ ਵਾਰੀ ਮੈਂ ਫਿਰ ਸਟਾਰਟ ਕਰਨ ਤੋਂ ਪਹਿਲਾਂ ਜੋ ਵੀਡੀਓ ਹੈ ਉਹ ਦੱਸ ਦਿਆਂ ਕਿ ਜਦੋਂ ਵੈਨਐਵਰ ਵੀ ਮੂਵ ਫਰੋਮ ਦਾ ਥੈਲੋਫਾਈਟਾ ਟੂ ਐਂਜੀਓਸਪਰਮ, ਜਦੋਂ ਆਪਾਂ ਥੈਲੋਫਾਈਟਾ ਤੋਂ ਐਂਜੀਓਸਪਰਮ ਵੱਲ ਮੂਵ ਕਰਾਂਗੇ ਤਾਂ ਜਿਹੜੇ ਆਰਗੇਨਾਈਜੇਸ਼ਨ ਹੈ ਉਹ ਪਲਾਂਟਸ ਦੀ, ਇਟ ਵਿਲ ਬੀ ਕੰਪਲੈਕਸ ਆਰਗੇਨਾਈਜੇਸ਼ਨ ਹੋਊਗੀ ਹਮੇਸ਼ਾ। ਜੋ ਕਰੈਕਟਰਸ ਨੇ ਜੋ ਪਲਾਂਟਸ ਕੈਰੀ ਆਊਟ ਕਰਦੇ ਨੇ ਸਾਰੇ ਕੰਪਲੈਕਸ ਹੋਣੇ ਸਟਾਰਟ ਹੋ ਜਾਣਗੇ। ਦੇਅਰ ਸਟਰਕਚਰ ਵਿਲ ਬੀ ਵੈਲ ਡਿਵੈਲਪਡ। ਜਿਵੇਂ ਜਿਵੇਂ ਆਪਾਂ ਅੱਗੇ ਦੇ ਅੱਗੇ ਜੋ ਕੈਟਾਗਰੀ ਦੇ ਵਿੱਚ ਮੂਵ ਔਨ ਕਰਾਂਗੇ ਤਾਂ ਜਿਹੜੇ ਇਹਨਾਂ ਦੇ ਸਟਰਕਚਰਸ ਨੇ ਉਹ ਸਾਰੇ ਦੇ ਕੀ ਹੋਣਗੇ, ਡਿਵੈਲਪ ਹੋਣੇ ਸਟਾਰਟ ਹੋ ਜਾਣਗੇ। ਥੈਲੋਫਾਈਟਾ ਟੂ ਐਂਜੀਓਸਪਰਮ, ਐਂਡ ਵੈਨ ਵੀ ਮੂਵ ਫਰੋਮ ਦਾ ਐਂਜੀਓਸਪਰਮ ਟੂ ਦਾ ਥੈਲੋਫਾਈਟਾ, ਦੈਨ ਅਗਰ ਤਾਂ ਆਪਾਂ ਉਦੋਂ ਗੱਲ ਕਰਾਂਗੇ ਅਤੇ ਜਿਹੜੇ ਕਰੈਕਟਰਸ ਨੇ ਉਹ ਕੀ ਆ, ਦੇ ਬਿਕਮ primitive mean not developed or simple। ਥੈਲੋਫਾਈਟਾ ਟੂ ਐਂਜੀਓਸਪਰਮਸ ਜੋ ਹੈ ਉਹ ਕੀ ਹੈ, ਉਹ ਡਿਵੈਲਪਮੈਂਟ ਦੀ ਕਹਿ ਸਕਦੇ ਕਿ ਆਪਾਂ ਪ੍ਰੋਸੈਸ ਹੈ। ਐਂਡ ਐਂਜੀਓਸਪਰਮ ਟੂ ਥੈਲੋਫਾਈਟਾ ਕੀ ਹੁੰਦਾ, ਉਹ ਫਿਰ ਆਪਾਂ ਪ੍ਰਿਮਿਟਿਵ ਵੱਲ ਮੂਵ ਕਰਦੇ ਹਾਂ। ਤਾਂ ਇਹਦੇ ਕਰੈਕਟਰਸ ਨੂੰ ਸਟੱਡੀ ਕਰਨ ਦੇ ਵਿੱਚ ਆਪਾਂ ਨੂੰ ਇਸ ਪੁਆਇੰਟ ਤੋਂ ਥੋੜ੍ਹੀ ਹੈਲਪ ਮਿਲ ਜਾਂਦੀ ਹੈ। ਸੋ ਵਿਦਾਊਟ ਵੇਸਟਿੰਗ ਆਵਰ ਟਾਈਮ, ਲੈਟ ਅਸ ਸਟਾਰਟ ਵਿਦ ਆਵਰ ਫਸਟ ਸਬ ਕੈਟਾਗਰੀ ਕਾਲਡ ਥੈਲੋਫਾਈਟਾ। Thallophyta, as the name indicates, thallus, phyta means plant, thallus like plant body, thallus means flat। ਜੋ ਪਲਾਂਟਸ ਇਸ ਕੈਟਾਗਰੀ ਦੇ ਅੰਡਰ ਆਉਂਦੇ ਆ, ਥੈਲੋਫਾਈਟਾ ਦੇ ਅੰਡਰ ਆਉਂਦੇ ਆ, ਦੇ possess a flat plant body that means not well developed, as well as it is not differentiated into the root, stems and leaves। ਤਾਂ ਆਪਾਂ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹਨਾਂ ਦੇ ਰੂਟ ਕਿੱਥੇ ਆ, ਸਟੈਮ ਕਿੱਥੇ ਆ, ਲੀਵਸ ਕਿੱਥੇ ਆ। ਲਾਈਕ ਇਹਨੂੰ ਆਪਾਂ ਕਾਮਨਲੀ ਆਪਾਂ ਇਹਨਾਂ ਨੂੰ ਐਲਗੀ ਵੀ ਬੋਲ ਦਿੰਦੇ ਹਾਂ। ਥੈਲੋਫਾਈਟਾ ਇਜ਼ ਆਲਸੋ ਨੋਨ ਐਜ਼ ਕਾਮਨਲੀ ਕਾਲਡ ਐਲਗੀ। ਐਲਗੀ ਕੀ ਹੁੰਦੀ ਆ, ਆਪਾਂ ਪੰਜਾਬੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਆਪਾਂ ਹਰੀ ਵਾਈ ਬੋਲ ਦਿੰਦੇ ਹਾਂ, ਕਾਈ ਬੋਲ ਦਿੰਦੇ ਆ, ਜਲਬ ਵੀ ਬੋਲ ਦਿੰਦੇ ਆ। ਕੁਛ ਅਲੱਗ-ਅਲੱਗ ਏਰੀਆ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਉਹ ਕੀ ਹੁੰਦੀ ਆ, ਉਹ ਥੈਲੋਫਾਈਟਾ ਔਰ ਐਲਗੀ ਹੁੰਦੀ ਆ। ਤਾਂ ਇਹਨਾਂ ਦੀ ਅਗਰ ਆਪਾਂ ਦੇਖੀਏ ਤਾਂ ਇਹ ਆਪਾਂ ਨੂੰ ਸਾਰੇ ਦੇ ਸਾਰੇ ਕੀ ਆ ਕਿ ਫਲੈਟ ਲੱਗਦੇ ਆਪਾਂ ਨੂੰ। ਆਪਾਂ ਇਹਨਾਂ ਨੂੰ ਦੇਖ ਕੇ ਕਹਿ ਨਹੀਂ ਸਕਦੇ ਕਿ ਇਹ ਕੀ ਆ, ਇਹ ਵੀ ਪਲਾਂਟਸ ਨੇ। ਤਾਂ ਇਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਦੇ ਆਰ ਨਾਟ ਵੈਲ ਡਿਵੈਲਪਡ, ਐਜ਼ ਵੈਲ ਐਜ਼ ਇਹਨਾਂ ਦਾ ਜਿਹੜਾ ਸਟਰਕਚਰ ਹੈ ਇਜ਼ ਨਾਟ ਵੈਲ ਡਿਫਰੈਂਸ਼ੀਏਟਡ। ਨਾ ਤਾਂ ਵੈਲ ਡਿਫਰੈਂਸ਼ੀਏਟਡ ਹੁੰਦਾ, ਨਾ ਹੀ ਵੈਲ ਡਿਵੈਲਪਡ ਹੁੰਦੇ ਆ। ਸੋ ਦੇ ਬਿਲੋਂਗ ਟੂ ਦਾ ਸਬ ਗਰੁੱਪ ਕਾਲਡ ਥੈਲੋਫਾਈਟਾ। ਪਲਾਂਟ ਬੋਡੀ ਇਜ਼ thallus like and the plants that are not differentiated into the stems, root and leaves। ਆਪਾਂ ਦੇਖ ਕੇ ਇਹਨਾਂ ਨੂੰ ਅੰਦਾਜ਼ਾ ਨਹੀਂ ਲਗਾ ਸਕਦੇ। ਥੈਲੋਫਾਈਟਸ commonly include members with primitive and simple body design। ਪ੍ਰੀਮਿਟਿਵ ਮੈਂ ਪਹਿਲਾਂ ਵੀ ਦੱਸ ਚੁੱਕਿਆ, ਪ੍ਰੀਮਿਟਿਵ ਹੁੰਦੇ ਸਿੰਪਲ, ਦੈਟ ਇਜ਼ ਨਾਟ ਵੈਲ ਡਿਵੈਲਪਡ। ਕੋਈ ਚੀਜ਼ ਜਿਹੜੀ ਵੈਲ ਡਿਵੈਲਪਡ ਨਹੀਂ ਹੈ ਆਪਾਂ ਉਹਨੂੰ ਬੋਲਦੇ ਹਾਂ ਪ੍ਰੀਮਿਟਿਵ। ਸਿੰਪਲ ਬੋਡੀ ਡਿਜ਼ਾਈਨ ਮਤਲਬ ਇਹਨਾਂ ਦੇ ਜਿਨ੍ਹਾਂ ਨੂੰ ਦੇਖ ਕੇ ਸਟੱਡੀ ਕਰਨਾ ਆਪਾਂ ਨੂੰ ਈਜ਼ੀ ਲੱਗਦਾ, ਜਿਨ੍ਹਾਂ ਨੂੰ ਆਪਾਂ ਦੇਖ ਕੇ ਮਤਲਬ ਕਹਿ ਸਕਦੇ ਕਿ ਜਿਨ੍ਹਾਂ ਦੇ ਆਪਣਾ ਕਰੈਕਟਰਸ ਨੇ ਜੋ ਆਪਾਂ ਨੂੰ ਉਹ ਸਟੱਡੀ ਕਰਨੇ ਈਜ਼ੀ ਹੋ ਜਾਣ, ਜਿਹਨੂੰ ਦੇਖ ਕੇ ਆਪਾਂ ਨੂੰ ਜਲਦੀ ਪਤਾ ਲੱਗ ਜਾਵੇ ਕਿ ਇਹ ਕੀ ਚੀਜ਼ ਹੈ ਜਾਂ ਕਿੱਦਾਂ ਦੀ ਹੈ। ਤਾਂ ਆਪਾਂ ਕਹਿ ਸਕਦੇ ਕਹਿੰਦੇ ਜਿਹੜੇ ਬੋਡੀ ਡਿਜ਼ਾਈਨ ਹੈ ਦੇ ਆਰ ਨਾਟ ਕੰਪਲੈਕਸ, ਦੇ ਆਰ ਸਿੰਪਲ ਬੋਡੀ ਡਿਜ਼ਾਈਨ such as green algae and brown algae। example ਇਹਨਾਂ ਦੀ, the majority of the thallophytes are aquatic। aquatic means they prefer to live in the water ਦੇ ਵਿੱਚ ਰਹਿਣਾ ਕੀ ਕਰਨਗੇ, ਇਹ ਪਸੰਦ ਕਰਦੇ ਆ ਥੈਲੋਫਾਈਟਾ। The common examples are Spirogyra, Chara and Chulothrix etc। moving toward the next subgroup is called Bryophyta। Bryophytes are ਕਹਿ ਸਕਦੇ ਕਿ ਆਪਾਂ ਥੋੜ੍ਹੇ ਜਿਹੇ not well developed, but ਆਪਾਂ ਕਹਿ ਸਕਦੇ ਕਿ they are developed than the thallophyta। ਬਰਾਇਓਫਾਈਟਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਰਾਇਓਫਾਈਟਸ ਆਰ small ਕਹਿ ਸਕਦੇ ਕਿ their body is not flat, they are small non vascular plant। non vascular means
ਕਹਿ ਸਕਦੇ ਕਿ ਇਹਨਾਂ ਵਿੱਚ ਜੋ ਵੈਸਕੂਲਰ ਸਿਸਟਮ ਹੈ, ਜ਼ਾਈਲਮ ਐਂਡ ਫਲੋਇਮ ਹੈ, ਜੋ ਟਰਾਂਸਪੋਰਟੇਸ਼ਨ ਆਫ ਦਾ ਵਾਟਰ ਐਂਡ ਦਾ ਬੋਡੀ ਫਲੂਇਡਸ ਕਹਿ ਸਕਦੇ ਆ, ਔਰ ਨਿਊਟ੍ਰੀਸ਼ਨ ਫੂਡ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਟਰਾਂਸਪੋਰਟੇਸ਼ਨ ਕਰਨ ਦੇ ਵਿੱਚ ਜਿਹੜਾ ਸਿਸਟਮ ਹੈਲਪ ਕਰਦਾ, ਦੈਟ ਇਜ਼ ਨਾਟ ਪ੍ਰੈਜੈਂਟ ਇਨ ਦਾ ਬ੍ਰਾਇਓਫਾਈਟਾ। ਦੇ ਆਰ ਨੋਨ ਵੈਸਕੂਲਰ ਪਲਾਂਟ ਐਂਡ ਦੇ ਪ੍ਰੈਫਰ ਮੋਇਸਟ ਐਨਵਾਇਰਨਮੈਂਟ। ਇਹ ਵੀ ਮੋਇਸਟ ਐਨਵਾਇਰਨਮੈਂਟ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ। ਦੇ ਯੂਜ਼ਲੀ ਪ੍ਰੈਫਰ ਟਰੈਸਟਰੀਅਲ ਐਂਡ ਐਕਵੈਟਿਕ ਬੋਥ। ਇਹ ਦੋਨੋਂ ਜਗ੍ਹਾ 'ਤੇ ਰਹਿੰਦੇ ਨੇ, ਬਟ ਇਹਨਾਂ ਨੂੰ ਰੀਪਰੋਡਕਸ਼ਨ ਦੇ ਲਈ ਜਿਹੜੀ ਕਿ ਵਾਟਰ ਦੀ ਲੋੜ ਜ਼ਿਆਦਾ ਹੁੰਦੀ ਹੈ। ਪੁਆਇੰਟਸ ਦੇ ਅਕੋਰਡਿੰਗਲੀ ਆਪਾਂ ਗੱਲ ਕਰਦੇ ਹਾਂ। ਦਾ ਬ੍ਰਾਇਓਫਾਈਟਸ ਹੈਵ ਦਾ ਡਿਫਰੈਂਸ਼ੀਏਟਡ ਪਲਾਂਟ ਬੋਡੀ। ਆਪਾਂ ਹੁਣ ਗੱਲ ਕਰੀਏ ਤਾਂ ਜਿਵੇਂ ਥੈਲੋਫਾਈਟਾ ਦੇ ਵਿੱਚ ਥੈਲਸ ਲਾਈਕ ਪਲਾਂਟ ਬੋਡੀ ਇਜ਼ ਫਲੈਟ, ਤਾਂ ਉਹਦੇ ਵਿੱਚ ਜਿਹੜੀ ਰੂਟ, ਸਟੈਮ ਐਂਡ ਲੀਫ ਜਿਹੜੇ ਆਪਾਂ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਤਾਂ ਆਪਾਂ ਬ੍ਰਾਇਓਫਾਈਟਾ ਦੀ ਅਗਰ ਗੱਲ ਕਰੀਏ ਤਾਂ ਬ੍ਰਾਇਓਫਾਈਟਾ ਦੇ ਵਿੱਚ ਆਪਾਂ ਆਪਣੀ ਜਿਹੜੀ ਪਲਾਂਟ ਬੋਡੀ ਆ ਉਹਨੂੰ ਕਰ ਸਕਦੇ ਆਪਾਂ ਉਹਨੂੰ ਰੂਟਸ, ਸਟੈਮ ਐਂਡ ਲੀਫ ਨੂੰ ਅਲੱਗ-ਅਲੱਗ ਦੇਖ ਸਕਦੇ ਹਾਂ। They lack a vascular system, or already I have discussed in the first point. Next, bryophytes are found in the both land and aquatic habitat. ਇਹਨਾਂ ਨੂੰ ਆਪਾਂ both land and aquatic habitat ਦੇ ਵਿੱਚ ਕੀ ਆਪਾਂ ਇਹਨਾਂ ਨੂੰ ਫਾਊਂਡ ਕਰ ਸਕਦੇ ਹਾਂ। Hence they are known as amphibians of the plant kingdom. Amphibians ਕੀ ਹੁੰਦੇ ਆ? Amphibian ਹੁੰਦੇ ਆ, amphibians ਆਪਾਂ ਕਹਿ ਸਕਦੇ ਕਿ ਇੱਕ ਕੈਟਾਗਰੀ ਐਨੀਮਲ ਕਿੰਗਡਮ ਦੀ, ਜਿਹਦੇ ਵਿੱਚ ਕੀ ਆ ਕਿ ਮੋਸਟਲੀ ਜੋ ਐਨੀਮਲਸ ਪ੍ਰੈਫਰ ਕਰਦੇ ਆ ਵਾਟਰ, ਜੋ ਵਾਟਰ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਆਪਾਂ ਐਮਫੀਬੀਅਨਸ ਬੋਲ ਸਕਦੇ ਹਾਂ। ਤਾਂ ਇੱਥੇ ਪਲਾਂਟ ਕਿੰਗਡਮ ਦੇ ਇਹਨਾਂ ਨੂੰ ਬੋਲਿਆ ਜਾਂਦਾ। ਦੇ ਆਰ ਸਪੈਸ਼ਲੀ ਨੋਨ ਐਜ਼ ਐਮਫੀਬੀਅਨ ਆਫ ਦਾ ਪਲਾਂਟ ਕਿੰਗਡਮ। ਵਾਈ? ਇਹ ਜੋ ਕੁਐਸਚਨ ਹੈ ਇਹ ਕਹਿ ਸਕਦੇ ਕਿ ਇਹ ਟੀਚਰ ਜੋ ਹੈ ਉਹ ਕਲਾਸ ਟੈਸਟ ਐਂਡ ਫਾਈਨਲ ਟੈਸਟ ਦੇ ਵਿੱਚ ਕੀ ਆ, ਫਾਈਨਲ ਪੇਪਰ ਦੇ ਵਿੱਚ ਪਾ ਹੀ ਦਿੰਦੇ ਹੁੰਦੇ ਆ। ਮਤਲਬ ਕਹਿ ਸਕਦੇ ਕਿ ਆਪਾਂ ਇਹ ਪ੍ਰੈਫਰ ਕਰਦੇ ਇਸ ਕੁਐਸਚਨ ਨੂੰ। 1ਵਾਂ ਕੁਐਸਚਨ ਹੈ ਵਾਈ ਪਲਾਂਟਸ ਔਰ ਬ੍ਰਾਇਓਫਾਈਟਸ ਆਰ ਨੋਨ ਐਜ਼ ਐਮਫੀਬੀਅਨ ਆਫ ਦਾ ਪਲਾਂਟ ਕਿੰਗਡਮ। ਔਰ ਕੁਐਸਚਨ ਇੱਦਾਂ ਵੀ ਪਾ ਸਕਦੇ ਕਿ ਨੇਮ ਦਾ ਕੈਟਾਗਰੀ ਆਫ ਦਾ ਪਲਾਂਟ ਵਿਚ ਇਜ਼ ਨੋਨ ਐਜ਼ ਐਮਫੀਬੀਅਨ ਆਫ ਦਾ ਪਲਾਂਟ ਕਿੰਗਡਮ। ਤਾਂ ਇਹਦਾ ਆਨਸਰ ਕੀ ਆਊਗਾ? ਬ੍ਰਾਇਓਫਾਈਟਾ। ਤਾਂ ਇਹਨਾਂ ਨੂੰ ਕਿਉਂ ਕਹਿੰਦੇ ਆ? ਬਿਕੋਜ਼ ਦੇ ਮੇ ਲਿਵ ਔਨ ਦਾ ਲੈਂਡ ਬਟ ਦੇ ਨੀਡ ਵਾਟਰ ਫॉर ਦਾ ਰੀਪਰੋਡਕਸ਼ਨ। ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਜੇ ਪਲਾਂਟਸ ਨੇ, ਬ੍ਰਾਇਓਫਾਈਟਸ ਨੇ, ਉਹ ਲੈਂਡ ਦੇ ਉੱਪਰ ਰਹਿੰਦੇ ਜ਼ਰੂਰ ਨੇ, ਬਟ ਦੇ ਨੀਡ ਵਾਟਰ ਫॉर ਦਾ ਰੀਪਰੋਡਕਸ਼ਨ ਦੇ ਲਈ ਇਹਨਾਂ ਨੂੰ ਵਾਟਰ ਦੀ ਲੋੜ ਹੁੰਦੀ ਹੀ ਹੁੰਦੀ ਆ। ਸੋ ਵਿਦਾਊਟ ਵਾਟਰ ਦੇ ਕੈਨ ਨਾਟ ਰੀਪਰੋਡਿਊਸ, ਸੋ ਦੇ ਆਰ ਕਾਲਡ ਐਜ਼ ਦ ਐਮਫੀਬੀਅਨ ਆਫ ਦਾ ਪਲਾਂਟ ਕਿੰਗਡਮ। ਯਾਦ ਰੱਖਿਓ, ਦਿਸ ਇਜ਼ ਦਾ ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਬ੍ਰਾਇਓਫਾਈਟਾ। ਨੈਕਸਟ, ਮੌਸਿਸ ਐਂਡ ਦ ਲਿਵਰਵਰਟ ਐਂਡ ਮੌਸਿਸ। ਅਗਰ ਆਪਾਂ ਬ੍ਰਾਇਓਫਾਈਟਸ ਨੂੰ ਫਰਦਰ ਡਿਵਾਈਡ ਕਰੀਏ ਤਾਂ ਉਹਨਾਂ ਨੂੰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਹਾਂ, ਮੌਸਿਸ ਐਂਡ ਲਿਵਰਵਰਟ। ਐਂਡ ਦੈਨ ਐਗਜ਼ਾਮਪਲ ਇਜ਼ ਮਾਰਕੈਂਸ਼ੀਆ ਐਂਡ ਫੁਨੇਰੀਆ। ਇਹ ਬ੍ਰਾਇਓਫਾਈਟਾ ਦੀ ਜਿਹੜੀ ਐਗਜ਼ਾਮਪਲ ਹੈ। ਨੈਕਸਟ, ਟੈਰਿਡੋਫਾਈਟਾ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟੈਗ ਦਿੱਤਾ ਗਿਆ, ਦੇ ਆਰ ਦਾ ਟਰੂ ਲੈਂਡ ਪਲਾਂਟਸ। ਟਰੂ ਲੈਂਡ ਪਲਾਂਟਸ ਮੀਨਸ ਇਹਨਾਂ ਦੀ ਇੱਦਾਂ ਦੀ ਔਰਗੇਨਾਈਜੇਸ਼ਨ ਹੋ ਚੁੱਕੀ ਹੈ ਪਲਾਂਟ ਦੀ ਹੁਣ, ਜਿਵੇਂ ਅਗਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਥੈਲੋਫਾਈਟਾ ਤੋਂ ਆਪਾਂ ਐਂਜੀਓਸਪਰਮ ਵੱਲ ਮੂਵ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਜਿਹੜਾ ਸਟਰਕਚਰ ਐਂਡ ਜਿਹੜੇ ਫੀਚਰਸ ਆ ਉਹ ਕੀ ਹੁੰਦੇ? ਕੰਪਲੈਕਸ ਹੁੰਦੇ ਜਾਣਗੇ, ਸਟਰੋਂਗ ਹੁੰਦੇ ਜਾਣਗੇ, ਡਿਵੈਲਪ ਹੁੰਦੇ ਜਾਣਗੇ। ਤਾਂ ਹੁਣ ਟੈਰਿਡੋਫਾਈਟਾ ਆ ਗਿਆ। ਇਹਦੀ ਅਗਰ ਆਪਾਂ ਗੱਲ ਕਰੀਏ ਤਾਂ ਦੇ ਆਰ ਦਾ ਟਰੂ ਲੈਂਡ ਪਲਾਂਟਸ। ਇਹਨਾਂ ਨੂੰ ਆਪਾਂ ਬੋਲ ਦਿੰਦੇ ਹਾਂ ਟਰੂ ਲੈਂਡ ਪਲਾਂਟਸ, ਬਿਕੋਜ਼ ਹੁਣ ਇਹਨਾਂ ਨੂੰ ਰੀਪਰੋਡਕਸ਼ਨ ਦੇ ਲਈ ਵਾਟਰ ਦੀ ਲੋੜ ਨਹੀਂ ਹੁੰਦੀ, ਬਿਕੋਜ਼ ਇਹਨਾਂ ਦੇ ਵਿੱਚ ਰੀਪਰੋਡਕਟਿਵ ਔਰਗਨਸ ਨੇ ਉਹ ਡਿਵੈਲਪ ਹੋ ਚੁੱਕੇ ਨੇ, ਅਤੇ ਇਹ ਕੀ ਕਰਦੇ ਆ? ਇਹ ਰੀਪਰੋਡਕਸ਼ਨ ਵਿਦਾਊਟ ਵਾਟਰ ਵੀ ਕਰ ਦਿੰਦੇ ਆ। ਸੋ ਦੇ ਆਰ ਕਾਲਡ ਟਰੂ ਲੈਂਡ ਪਲਾਂਟਸ। ਸੋ ਫਸਟ ਪੁਆਇੰਟ ਇਜ਼ ਦੇ ਆਰ ਕਾਮਨਲੀ ਕਾਲਡ ਐਜ਼ ਦਾ ਫਸਟ ਵੈਸਕੂਲਰ ਲੈਂਡ ਪਲਾਂਟਸ। ਵੈਸਕੂਲਰ ਮੀਨਸ ਇਹਨਾਂ ਵਿੱਚ ਹੁਣ ਦੇਖੋ ਨੇਮ ਦੇ ਵਿੱਚ ਆ ਗਿਆ ਵੈਸਕੂਲਰ ਮੀਨਸ ਇਹਨਾਂ ਦੇ ਵਿੱਚ ਜੋ ਟਿਸ਼ੂ ਨੇ, ਵੈਸਕੂਲਰ ਟਿਸ਼ੂ ਆਪਾਂ ਗੱਲ ਕਰਦੇ ਹਾਂ, ਉਹ ਪ੍ਰੈਜੈਂਟ ਹੈਗੇ ਨੇ, ਅਤੇ ਇਹਨਾਂ ਦੇ ਵਿੱਚ ਵਾਟਰ ਐਂਡ ਫੂਡ ਜਿਹੜਾ ਉਹ ਕੀ ਆ ਟਰਾਂਸਪੋਰਟ ਹੋ ਸਕਦਾ। ਸੋ ਦੇ ਆਰ ਫਸਟ ਵੈਸਕੂਲਰ ਲੈਂਡ ਪਲਾਂਟਸ। ਤਾਂ ਪਲਾਂਟ ਬੋਡੀ ਇਜ਼ ਡਿਫਰੈਂਸ਼ੀਏਟਡ ਇੰਟੂ ਰੂਟ, ਸਟੈਮ ਐਂਡ ਲੀਫ। ਤਾਂ ਬੋਡੀ ਕੀ ਆ ਡਿਫਰੈਂਸ਼ੀਏਟ ਕਰ ਸਕਦੀ ਹੈ। ਸਪੈਸ਼ਲਾਈਜ਼ਡ ਟਿਸ਼ੂ ਫॉर द ਕੰਡਕਸ਼ਨ ਆਫ ਵਾਟਰ ਐਂਡ ਫੂਡ ਆਰ ਡਿਵੈਲਪਡ ਇਨ ਦਿਸ ਪਲਾਂਟ। ਇਹਨਾਂ ਦੇ ਵਿੱਚ ਕੀ ਹੈ, ਜਿਹੜੇ ਵੈਸਕੂਲਰ ਟਿਸ਼ੂ ਨੇ ਉਹ ਕੀ ਆ ਡਿਵੈਲਪ ਹੋ ਚੁੱਕੇ ਨੇ। ਜ਼ਾਈਲਮ ਐਂਡ ਫਲੋਇਮ ਦੋ ਟਾਈਪ ਦੇ ਹੁੰਦੇ। ਜ਼ਾਈਲਮ ਕੀ ਕਰਦਾ? ਜ਼ਾਈਲਮ ਹੈਲਪ ਇਨ ਦ ਕੰਡਕਸ਼ਨ ਆਫ ਦ ਵਾਟਰ ਫਰੋਮ ਦ ਰੂਟਸ ਟੂ ਦ upper body parts, and phloem help to transport the food from the upper to the lower body parts. Next point, the reproductive organs are inconspicuous or hidden. ਤੇ ਜਿਹੜੇ ਇਹਨਾਂ ਦੇ ਅਗਰ ਆਪਾਂ ਰੀਪਰੋਡਕਟਿਵ ਔਰਗਨ ਦੀ ਗੱਲ ਕਰੀਏ ਤਾਂ ਉਹ ਥੋੜ੍ਹੇ ਹਿਡਨ ਹੁੰਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਜੋ ਲੀਵਸ ਹੁੰਦੇ ਨੇ, ਲੀਵਸ ਦੇ ਜਿਹੜਾ ਆਪਾਂ ਕਹਿੰਦੇ ਓਪੋਜ਼ਿਟ ਸਾਈਡ ਆ, ਜੋ ਬੇਸ ਵਾਲੀ ਸਾਈਡ ਆ, ਉੱਧਰ ਵਾਲੀ ਸਾਈਡ ਵੱਲ ਕੀ ਹੁੰਦੇ ਇਹਨਾਂ ਦੇ ਜਿਹੜੇ ਰੀਪਰੋਡਕਟਿਵ ਔਰਗਨ ਜਿਹੜੇ ਹੁੰਦੇ ਨੇ, ਇਹ ਕਹਿ ਸਕਦੇ ਹਾਂ ਮਤਲਬ ਗੱਲ ਕਰੀਏ ਤਾਂ ਦੇ ਆਰ ਹਿਡਨ ਹੁੰਦੇ ਨੇ। ਆਪਾਂ ਇਹਨਾਂ ਨੂੰ ਕੀ ਆ ਕਿ ਇਹ ਡਾਇਰੈਕਟ ਕੰਟੈਕਟ ਦੇ ਵਿੱਚ ਨਹੀਂ ਆਉਂਦੇ ਇਨਵਾਇਰਮੈਂਟ ਦੇ।
ਦੇ ਸ਼ੋ ਅਲਟਰਨੇਸ਼ਨ ਆਫ ਜਨਰੇਸ਼ਨ। ਇਹ ਵੀ ਇੱਕ ਇੰਪੋਰਟੈਂਟ ਜੋ ਟੈਰਿਡੋਫਾਈਟਾ ਦਾ ਅਗਰ ਆਪਾਂ ਗੱਲ ਕਰੀਏ ਤਾਂ ਕਰੈਕਟਰ ਹੈ ਕਿ ਜੋ ਟੈਰਿਡੋਫਾਈਟ ਨੇ ਉਹ ਕਿੱਦਾਂ ਦੇ ਪਲਾਂਟਸ ਨੇ ਜਿਹੜੇ ਆਪਣੇ ਲਾਈਫ ਸਾਈਕਲ ਦੇ ਵਿੱਚ ਦੋ ਟਾਈਪ ਆਪਦੇ ਆਪ ਨੂੰ ਦੋ ਵਾਰ ਚੇਂਜ ਕਰਦੇ ਨੇ। ਅਲਟਰਨੇਸ਼ਨ ਆਫ ਜਨਰੇਸ਼ਨ ਮੀਨਸ ਆਪਦੀ ਜਨਰੇਸ਼ਨ ਨੂੰ ਚੇਂਜ ਕਰ ਲੈਣਾ। ਤਾਂ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਦੋ ਟਾਈਪ ਦੀ ਜਨਰੇਸ਼ਨ ਆਉਂਦੀ ਹੈ। ਦਾ ਵਨ ਇਜ਼ ਸਪੋਰੋਫਾਈਟ ਐਂਡ ਅਨਦਰ ਇਜ਼ ਦਾ ਗਮੀਟੋਫਾਈਟ। ਸਪੋਰੋਫਾਈਟ ਉਹ ਹੁੰਦੇ ਨੇ ਜਿਹੜੇ ਸਪੋਰ ਪ੍ਰੋਡਿਊਸ ਕਰਦੇ ਨੇ, ਗਮੀਟੋਫਾਈਟ ਉਹ ਹੁੰਦੇ ਨੇ ਜਿਹੜੇ ਗਮੀਟਸ ਪ੍ਰੋਡਿਊਸ ਕਰਦੇ ਨੇ। ਤਾਂ ਟੈਰਿਡੋਫਾਈਟਾਂ ਵਿੱਚ ਇਹ ਦੋਨੋਂ ਹੀ ਪ੍ਰੈਜੈਂਟ ਹੁੰਦੇ ਨੇ। ਦੇ ਸ਼ੋ ਦਾ ਪ੍ਰੋਪਰਟੀ ਆਫ ਦਾ ਅਲਟਰਨੇਸ਼ਨ ਆਫ ਜਨਰੇਸ਼ਨ। ਇਹਦੀ ਐਗਜ਼ਾਮਪਲ ਨੇਮ ਨਾਲ ਹੀ ਮੈਚ ਕਰਦੀ ਹੁੰਦੀ ਆ, ਉਹਨੂੰ ਆਪਾਂ ਬੋਲਦੇ ਨੇ ਟੈਰਿਸ, PTERIS ਟੈਰਿਸ। P ਸਾਇਲੈਂਟ, ਸੋ ਜਿਵੇਂ ਆਪਾਂ ਇਹਨੂੰ ਪ੍ਰੋਨਾਂਸ਼ੀਏਟ ਕਰਦੇ ਹਾਂ ਟੈਰਿਡੋਫਾਈਟਾ, ਨਾਟ ਪਟੈਰਿਡੋਫਾਈਟਾ, ਇਟਸ ਟੈਰਿਡੋਫਾਈਟਾ। ਐਗਜ਼ਾਮਪਲ ਇਜ਼ ਟੈਰਿਸ। ਨਾਓ ਮੂਵਿੰਗ ਟੂਵਰਡ ਦਾ ਨੈਕਸਟ ਪਾਰਟ ਇਜ਼ ਜਿਮਨੋਸਪਰਮ। ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇੱਥੋਂ ਤੱਕ ਟੈਰਿਡੋਫਾਈਟਾ ਤੱਕ ਜੋ ਪਲਾਂਟਸ ਨੇ ਉਹ ਡਿਵੈਲਪ ਤਾਂ ਹੋ ਰਹੇ ਨੇ, ਬਟ ਨੋ ਫਲਾਵਰ ਫਾਰਮੇਸ਼ਨ, ਨੋ ਸੀਡ ਫਾਰਮੇਸ਼ਨ ਇਜ਼ ਦੇਅਰ। ਵੈਸਕੂਲਰ ਸਿਸਟਮ ਵੀ ਕਹਿ ਸਕਦੇ ਆਪਾਂ ਹੈਗਾ, ਬਟ ਡਿਵੈਲਪ ਨਹੀਂ ਕਹਿ ਸਕਦੇ ਆਪਾਂ। ਤਾਂ ਹੁਣ ਅਗਰ ਆਪਾਂ ਜਿਮਨੋਸਪਰਮ ਦੀ ਗੱਲ ਕਰੀਏ ਤਾਂ ਜਿਮਨੋ ਮੀਨਸ ਨੇਕਡ ਐਂਡ ਸਪਰਮਾ ਮੀਨਸ ਸੀਡ। ਹੁਣ ਇਹ ਪਲਾਂਟਸ ਇੱਦਾਂ ਦੇ ਨੇ ਜਿਨ੍ਹਾਂ ਵਿੱਚ ਸੀਡ ਫਾਰਮੇਸ਼ਨ ਕੀ ਹੈ ਜਿਹੜੀ ਆ ਸਟਾਰਟ ਹੋ ਚੁੱਕੀ ਹੈ, ਬਟ ਇਹ ਕੀ ਹੈ, ਦ ਸੀਡਸ ਆਰ ਨਾਟ ਕਵਰਡ, ਦੇ ਆਰ ਨੇਕਡ ਸੀਡ। ਤਾਂ ਇਹਨਾਂ ਦੇ ਜਿਹੜੇ ਸੀਡ ਉਹ ਨੇਕਡ ਹੋਣ ਕਰਕੇ ਹੀ ਜਿਹੜੇ ਪਲਾਂਟਸ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਉਹਨਾਂ ਦਾ ਨਾਮ ਰੱਖਿਆ ਗਿਆ ਜਿਮਨੋਸਪਰਮ, the seeds that are not covered. Next point, these are commonly called as the naked seed bearing plants. Obviously the seeds are not covered, so they are naked seed bearing plants. They do not have an outer covering or shells around their seeds. They do not produce flowers, they do not produce fruits. ਇਹ ਸਿੰਪਲ ਜਿਹੜੇ ਆਪਾਂ ਕਹਿ ਸਕਦੇ ਪੁਆਇੰਟਸ ਨੇ ਜਿਹੜੇ ਈਜ਼ੀਲੀ ਬੱਚੇ ਸਮਝ ਸਕਦੇ ਨੇ। ਨੈਕਸਟ ਪੁਆਇੰਟ ਇਜ਼ ਦੇ ਆਰ ਪੋਲੀਨੇਟਡ ਬਾਈ ਦਾ ਵਿੰਡ। ਤਾਂ ਇਹਨਾਂ ਵਿੱਚ ਕੀ ਹੁੰਦੀ ਹੈ ਕਿ ਪੋਲੀਨੇਸ਼ਨ ਹੁੰਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੋ ਮੇਲ ਪਾਰਟ ਹੈ ਉਹ ਕੀ ਕਰਦਾ, ਉਹ ਫੀਮੇਲ ਪਾਰਟ ਦੇ ਉੱਪਰ ਜਾ ਕੇ ਲੱਗਦਾ। ਪੋਲਨ ਗ੍ਰੇਨਸ ਹੁੰਦੇ ਨੇ ਜੋ, ਅਗਰ ਆਪਾਂ ਗੱਲ ਕਰੀਏ ਜਾਂ ਆਪਾਂ ਮੇਲ ਪਾਰਟ ਦੀ ਜਾਂ ਮੇਲ ਗਮੀਟ ਦੀ ਗੱਲ ਕਰੀਏ, ਮੇਲ ਗਮੀਟ ਕੀ ਕਰਦਾ, ਉਹ ਫੀਮੇਲ ਜਿਹੜਾ ਪਾਰਟ ਹੈ ਉਹਦੇ ਕੋਲ ਜਾ ਕੇ ਉਹਦੇ ਉੱਪਰ ਜਾ ਕੇ ਜਦੋਂ ਡਿੱਗਦਾ ਆਪਾਂ ਬੋਲ ਸਕਦੇ ਹਾਂ, ਜਾਂ ਉਹਦੇ ਕੰਟੈਕਟ ਦੇ ਵਿੱਚ ਆਉਂਦਾ, ਤਾਂ ਉਸ ਚੀਜ਼ ਨੂੰ ਬੋਲਦੇ ਨੇ ਆਪਾਂ ਪੋਲੀਨੇਸ਼ਨ। ਤਾਂ ਇਹ ਜਿਹੜੀ ਜਿਮਨੋਸਪਰਮ ਦੀ ਪੋਲੀਨੇਸ਼ਨ ਹੈ that can be occurred by the help of the wind। ਹਵਾ ਦੀ ਮਦਦ ਨਾਲ ਕੀ ਕਰ ਸਕਦੇ ਆ, ਪੋਲੀਨੇਟ ਕਰ ਸਕਦੇ ਨੇ। ਤਾਂ ਇਹਨਾਂ ਦੀ ਐਗਜ਼ਾਮਪਲ ਆ ਸਕਦੀ ਹੈ ਪਾਈਨਸ ਐਂਡ ਸਾਈਕਸ। ਮੂਵਿੰਗ ਟੂਵਰਡਸ ਦਾ next part is called angiosperms. These are the last sub group of the plant kingdom. ਆਪਾਂ ਐਂਜੀਓਸਪਰਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਵੈਲ ਡਿਵੈਲਪਡ, ਫੁੱਲੀ ਡਿਵੈਲਪਡ ਪਲਾਂਟ ਨੇ ਜਿਨ੍ਹਾਂ ਦੇ ਵਿੱਚ ਵੈਸਕੂਲਰ ਸਿਸਟਮ ਵੀ ਪ੍ਰੈਜੈਂਟ ਹੈ, ਜਿਨ੍ਹਾਂ ਦੀ ਬੋਡੀ ਵੀ ਫੁੱਲੀ ਡਿਫਰੈਂਸ਼ੀਏਟਡ ਹੈ। ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਸੀਡ ਫਾਰਮੇਸ਼ਨ ਵੀ ਹੁੰਦੀ ਹੈ, ਫਲਾਵਰ ਫਾਰਮੇਸ਼ਨ ਇਜ਼ ਦੇਅਰ, ਤਾਂ ਫਰੂਟ ਫਾਰਮੇਸ਼ਨ ਇਜ਼ ਦੇਅਰ, ਡਬਲ ਫਰਟੀਲਾਈਜੇਸ਼ਨ ਦੀ ਪ੍ਰੋਪਰਟੀ ਇਹ ਸ਼ੋ ਕਰਦੇ ਆ। ਐਂਜੀਓਸਪਰਮਸ ਆਰ the well developed, fully developed plants of the plant kingdom. Angiosperm, angio means covered and sperma means seed. ਇਹਨਾਂ ਜਿਹੜੇ seed formation ਉਹ cover ਹੋ ਚੁੱਕੇ ਨੇ। vascular plants means ਇਹਨਾਂ ਦੇ ਵਿੱਚ vascular system is there for the transportation of the water and the food. ਇਹਨਾਂ ਦੇ ਵਿੱਚ ਸਪੈਸ਼ਲ ਕਰੈਕਟਰਿਸਟਿਕਸ ਵੀ ਅਗਰ ਆਪਾਂ ਗੱਲ ਕਰੀਏ ਤਾਂ ਸ਼ੋ ਕਰਦੇ ਆ, ਫਲਾਵਰ ਫਾਰਮੇਸ਼ਨ ਹੈਗੀ ਆ, ਫਰੂਟ ਫਾਰਮੇਸ਼ਨ ਹੁੰਦੀ ਹੈ। ਨੈਕਸਟ ਆ ਗਿਆ ਐਂਜੀਓਸਪਰਮਸ ਆਰ ਆਲਸੋ ਸੀਡ ਬੀਰਿੰਗ ਪਲਾਂਟਸ ਵਿਦ ਵੈਲ ਡਿਫਰੈਂਸ਼ੀਏਟਡ ਪਲਾਂਟ ਬੋਡੀ। ਵੈਲ ਡਿਫਰੈਂਸ਼ੀਏਟਡ ਪਲਾਂਟ ਬੋਡੀ ਮੀਨਸ ਇਹਨਾਂ ਵਿੱਚ ਰੂਟਸ ਲੀਵਸ ਐਂਡ ਸਟੈਮਸ ਨੂੰ ਆਪਾਂ ਈਜ਼ੀਲੀ ਡਿਫਰੈਂਸ਼ੀਏਟ ਕਰ ਸਕਦੇ ਹਾਂ। ਇਹ ਫਲਾਵਰਿੰਗ ਪਲਾਂਟਸ ਵੀ ਇਹਨਾਂ ਨੂੰ ਬੋਲਿਆ ਜਾਂਦਾ ਕਾਮਨਲੀ। ਅਤੇ ਪਲਾਂਟਸ ਵਿਦ ਸੀਡ ਹੈਵਿੰਗ ਅ ਸਿੰਗਲ ਕੋਟਿਲੇਡਨ ਆਰ ਕਾਲਡ ਮੋਨੋਕੋਟਿਲੇਡਨ, ਡਾਈਕੋਟਿਲੇਡਨ। ਅਗਰ ਆਪਾਂ ਗੱਲ ਕਰੀਏ ਡਿਵੀਜ਼ਨ ਦੀ ਤਾਂ ਐਂਜੀਓਸਪਰਮ ਨੂੰ ਆਪਾਂ ਫਰਦਰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਮੋਨੋਕੋਟਸ ਔਰ ਮੋਨੋਕੋਟਿਲੇਡਨ, ਡਾਈਕੋਟਸ ਔਰ ਡਾਈਕੋਟਿਲੇਡਨ। ਜਿਹੜੇ ਅਗਰ ਆਪਾਂ ਐਂਜੀਓਸਪਰਮ ਦੀ ਗੱਲ ਕਰੀਏ, ਆਪਾਂ ਸੀਡ ਦੇਖਦੇ ਹਾਂ। ਆਪਣੇ ਕੋਲ ਇੱਕ ਆਪਾਂ ਗੱਲ ਕਰਦੇ ਹਾਂ ਕਿ ਵੀਟ, ਆਪਣੇ ਕੋਲ ਘਰੇ ਕਣਕ ਦਾ ਦਾਣਾ ਹੁੰਦਾ, ਇੱਕ ਹੁੰਦਾ ਆਪਣੇ ਕੋਲ ਰਾਈਸ, ਚੌਲ ਦਾ ਦਾਣਾ, ਚਾਵਲ। ਤਾਂ ਜਿਹੜਾ ਚਾਵਲ ਹੁੰਦਾ ਉਹ ਇੱਕ ਸਿੰਗਲ ਕੋਟਿਲੇਡਨ ਹੁੰਦਾ, ਸਿੰਗਲ ਇੱਕ ਆਪਾਂ ਕਹਿ ਸਕਦੇ ਕਿ ਪੂਰੇ ਦਾ ਪੂਰਾ ਸਟਰਕਚਰ ਹੁੰਦਾ। ਅਤੇ ਜਿਹੜੀ ਵੀਟ ਹੈ ਜਾਂ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੇ ਆਪਣੇ ਚਨੇ ਵੀ ਕੀ ਹੁੰਦੇ ਆ, ਉਹ ਡਾਈਕੋਟਿਲੇਡਨ। ਉਹਨਾਂ ਵਿੱਚ ਵਿਚਾਲੇ ਆਪਾਂ ਕਹਿ ਸੈਂਟਰ ਦੇ ਵਿੱਚ ਇੱਕ ਲਾਈਨ ਲੱਗੀ ਹੁੰਦੀ ਹੈ ਅਤੇ ਉਹਦੇ ਦੋ ਪਾਰਟਸ ਹੁੰਦੇ ਆ। ਅਗਰ ਆਪਾਂ ਉਹਨਾਂ ਨੂੰ ਖੋਲ੍ਹ ਲਈਏ, ਤੋੜ ਲਈਏ, ਜੇ ਆਪਾਂ ਉਸ ਚੀਜ਼ ਨੂੰ ਬ੍ਰੇਕ ਕਰ ਲਈਏ ਤਾਂ ਉਹ ਚੀਜ਼ ਦੀ ਗੱਲ ਕਰਦੇ ਆ ਇੱਥੇ। ਵੀਟ ਦੇ ਵੀ ਸੈਂਟਰ ਦੇ ਵਿੱਚ ਇੱਕ ਲਾਈਨ ਹੁੰਦੀ ਹੈ, ਤਾਂ ਉਹਦੇ ਦੋ ਪਾਰਟਸ ਡਿਵਾਈਡ ਕਰਦੇ ਤਾਂ ਉਹ ਹੁੰਦੇ ਆ ਕੋਟਿਲੇਡਨਸ। ਤਾਂ ਕੋਟਿਲੇਡਨ ਦੇ ਬੇਸ 'ਤੇ ਜਿਹੜੇ ਐਂਜੀਓਸਪਰਮ ਆ ਉਹਨਾਂ ਨੂੰ ਡਿਵਾਈਡ ਕਰਦੇ ਨੇ ਕਿ ਜਿਹੜੀ ਸੀਡ ਆ, ਜੇ ਸੀਡ ਦੇ ਵਿੱਚ ਸੀਡ ਇਨਕਲੂਡ ਜਾਂ ਕੰਸਿਸਟ ਆਫ ਦਾ ਟੂ ਕੋਟਿਲੇਡਨ ਇਜ਼ ਕਾਲਡ ਡਾਈਕੋਟਸ। ਇਫ seed have a single cotyledon then it is called as a
ਮੋਨੋਕਾਟ। ਐਗਜ਼ਾਮਪਲ ਇਹਦੇ ਵਿੱਚ ਆਪਾਂ ਗੱਲ ਕਰ ਦਿੰਦੇ ਹਾਂ ਵੀਟ, ਰਾਈਸ, ਗ੍ਰਾਮ, ਇਹ ਸਾਰੀਆਂ ਐਗਜ਼ਾਮਪਲਸ ਇਹਦੇ ਵਿੱਚ ਆ ਚੁੱਕੀਆਂ ਨੇ। ਸੋ ਅਗਰ ਆਪਾਂ ਗੱਲ ਕਰੀਏ ਪਲਾਂਟ ਕਿੰਗਡਮ, ਸਾਡਾ ਇੱਥੇ ਇੱਕ ਫਿਨਿਸ਼ ਹੁੰਦਾ। ਪਲਾਂਟ ਕਿੰਗਡਮ ਦੇ ਵਿੱਚ ਆਪਾਂ ਜੋ ਪੰਜੋ ਦੇ ਪੰਜੋ ਕੈਟਾਗਰੀਜ਼ ਨੇ, ਸਬ ਗਰੁੱਪਸ ਨੇ, ਆਪਾਂ ਉਹਨਾਂ ਦੀ ਜਿਹੜੇ ਕਰੈਕਟਰਸ ਨੂੰ ਸਟੱਡੀ ਕੀਤਾ, ਇਹ ਚੀਜ਼ਾਂ ਆਪਾਂ ਦੇਖੀਆਂ। ਫਿਰ ਵੀ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਛ ਸਮਝ ਨਹੀਂ ਆਉਂਦਾ, ਯੂ ਫਾਈਂਡ ਐਨੀ ਪ੍ਰੋਬਲਮ ਵਾਈਲ ਵਾਚਿੰਗ ਦਿਸ ਵੀਡੀਓ, ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਿਖ ਸਕਦੇ ਹੋ, ਤਾਂ ਮੈਂ ਉਸ ਚੀਜ਼ ਨੂੰ ਤੁਹਾਨੂੰ ਐਲੈਬੋਰੇਟ ਕਰਕੇ ਉਸ ਚੀਜ਼ ਨੂੰ ਸੌਰਟ ਆਊਟ ਕਰਨ ਦੇ ਵਿੱਚ ਜ਼ਰੂਰ ਹੈਲਪ ਕਰੂੰਗਾ। ਸੋ ਧਿਆਨ ਨਾਲ ਇਸ ਵੀਡੀਓ ਨੂੰ ਸੁਣੋ ਅਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਨਾ, ਬਿਕੋਜ਼ ਮੈਂ ਪਹਿਲਾਂ ਵੀ ਕਿਹਾ ਕਿ ਨੇਟਿਵ ਲੈਂਗੁਏਜ ਪੰਜਾਬੀ ਦੇ ਲੈਂਗੁਏਜ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਸ਼ਾਇਦ ਪਹਿਲਾਂ ਵੀ ਕੋਈ ਚੈਨਲ ਹੋਵੇ, ਬਟ ਮੈਂ ਸਪੈਸ਼ਲੀ ਇਹ ਬੱਚਿਆਂ ਲਈ ਹੀ ਬਣਾ ਰਿਹਾ ਕਿ ਜੋ ਪੰਜਾਬੀ ਲੈਂਗੁਏਜ ਦੇ ਵਿੱਚ ਬੱਚੇ ਜਿਹੜੇ ਹੈਗੇ ਉਹ ਕੰਸੈਪਟ ਈਜ਼ੀਲੀ ਕਲੀਅਰ ਕਰ ਲੈਣਗੇ ਆਪਦੀ ਮਦਰ ਟੰਗ ਦੇ ਵਿੱਚ। ਸੋ ਤਾਂ ਕਰਕੇ ਮੈਂ ਵੀਡੀਓ ਬਣਾਈ ਆ, ਤਾਂ ਤੁਸੀਂ ਇਸ ਚੀਜ਼ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਤੁਹਾਡੇ ਨਾਲ ਦੇ ਜੋ ਆਪਾਂ ਕਹਿ ਸਕਦੇ ਫਰੈਂਡਸ ਕਹਿ ਸਕਦੇ ਹਾਂ ਆਪਾਂ, ਜਾਂ ਤੁਹਾਡੇ ਕੰਪੈਨੀਅਨਸ, ਕਲਾਸਮੇਟਸ ਬੋਲ ਸਕਦੇ ਹਾਂ, ਤਾਂ ਉਹ ਕੀ ਕਰ ਸਕਦੇ ਆ, ਇਸ ਚੀਜ਼ ਦੀ ਹੈਲਪ ਲੈ ਕੇ ਇਹ ਚੀਜ਼ ਨੂੰ ਈਜ਼ੀਲੀ ਯਾਦ ਕਰ ਸਕਦੇ ਆ। ਸੋ ਮੇਰੀ ਵੀਡੀਓ ਅਗਰ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਜੋ ਮੈਂ ਜੋ ਨਿਊ ਵੀਡੀਓਜ਼ ਪਾਊਂਗਾ ਤਾਂ ਉਹ ਜਿਹੜੀਆਂ ਤੁਹਾਨੂੰ ਈਜ਼ੀਲੀ ਅਵੇਲੇਬਲ ਹੋ ਜਾਣ। ਸੋ ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਇਸ ਚੀਜ਼ ਨੂੰ ਪੜ੍ਹੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ। ਥੈਂਕ ਯੂ।